How old were you when you got married? ਹਾਂਜੀ ਮੈਂ 17 ਸਾਲ ਦੀ ਇੱਥੇ ਆ ਕੇ ਹੋਈ ਹਾਂ। Yeah. So ਹਾਂਜੀ tell me about this voyage you had from India to Canada. What was that like? ਮੇਰਾ ਖਿਆਲ ਆ ਵੀ ਉਦੋਂ ਟਰੈਵਲਿੰਗ ਬਹੁਤ ਸੌਖੀ ਸੀਗੀ, ਕਿਉਂਕਿ ਤੁਹਾਨੂੰ ਬਹੁਤ ਹੈਲਪ ਮਿਲਦੀ ਹੁੰਦੀ ਸੀ। ਜਿੰਨੀਆਂ ਸਟੂਡੈਂਟਸ ਸੀਗੀਆਂ ਬਹੁਤ ਹੈਲਪ ਕਰਦੀਆਂ ਸੀਗੀਆਂ, ਪਰ ਮੈਨੂੰ ਸਮਝ ਨਹੀਂ ਆਉਂਦੀ ਵੀ ਮੈਂ ਇੱਕ ਪਿੰਡ 'ਚੋਂ ਆ ਕੇ ਮੈਨੂੰ ਕੁਛ ਵੀ ਓਪਰਾ ਨਹੀਂ ਲੱਗਿਆ। ਮੈਂ ਅਬਜ਼ਰਵ ਜਿੱਦਾਂ ਦੇਖਣਾ, ਉਹਨੂੰ ਗ੍ਰਹਿਣ ਕਰਨਾ, ਅਤੇ ਮੇਰਾ ਜਰਾ ਮੈਂ ਇੱਦਾਂ ਨਹੀਂ ਹੋਈ ਹੈਗੀ। 18 ਘੰਟੇ ਸਾਡੀ ਸਟੇ ਲੰਡਨ ਰਹੀ, ਅਤੇ ਉਹ ਮੈਂ ਤੁਹਾਨੂੰ ਦੱਸਦੀ ਸੀ ਵੀ ਇੱਕ ਜੈਂਟਲਮੈਨ ਜਿਹੜਾ ਸਾਨੂੰ ਮਿਲਿਆ ਨਾਲ, ਉਹਨੇ ਨਿਊਯਾਰਕ ਜਾਣਾ ਸੀ, ਅਤੇ ਉਹਦੇ ਨਾਲ ਅਸੀਂ ਸੇਮ ਹੋਟਲ ਦੇ ਵਿੱਚ ਸਾਡੀ ਸਟੇ ਸੀਗੀ, ਅਤੇ ਦੂਜੇ ਦਿਨ ਸਾਰਾ ਲੰਡਨ ਵਗੈਰਾ ਅਸੀਂ ਦੇਖਿਆ। ਅਤੇ ਫਿਰ ਮੇਰੇ ਕੋਲ $6 ਜਿਹੜੇ ਮੈਨੂੰ ਬਾਬਾ ਜੀ ਨੇ ਦਿੱਤੇ ਹੋਏ ਸੀਗੇ, ਉਹ ਡਾਲਰ ਅਸੀਂ ਉੱਥੇ ਮੈਂ ਉਹਨਾਂ ਨੂੰ ਦੇ ਦਿੱਤੇ ਵੀ ਚਲੋ ਤੁਸੀਂ ਰੋਟੀ ਖਾ ਲਓ। ਔਰ ਅਸੀਂ ਇੰਡੀਅਨ ਫੂਡ ਉੱਥੇ ਰੈਸਟੋਰੈਂਟ ਦੇ ਵਿੱਚ ਖਾਧਾ। ਅਤੇ ਫਿਰ ਬਾਅਦ ਦੇ ਵਿੱਚ ਸਾਡੀਆਂ ਫਲਾਈਟਾਂ ਉਹਨਾਂ ਦੀ ਨਿਊਯਾਰਕ ਨੂੰ ਵੱਖਰੀ, ਮੇਰੀ ਵੱਖਰੀ, ਅਤੇ ਉਹ ਤੋਂ ਬਾਅਦ ਫਿਰ ਮੈਂ 12 ਘੰਟੇ ਦੀ ਸਾਡੀ ਸਟੇ ਨਿਊਯਾਰਕ ਸੀਗੀ। ਤੁਸੀਂ ਦੇਖੋ ਵੀ ਮੈਨੂੰ ਐਲੀਵੇਟਰ ਦਾ ਵੀ ਮੈਨੂੰ ਪਤਾ ਕਿੱਦਾਂ ਬਟਨ ਦੱਬਣਾ, ਅਤੇ ਮੈਂ ਥੱਲੇ ਰੈਸਟੋਰੈਂਟ 'ਚ ਜਾ ਕੇ ਮੈਂ ਬ੍ਰੈਕਫਾਸਟ ਔਡਰ ਕਰਨਾ, ਮੈਨੂੰ ਪਤਾ ਨਹੀਂ ਲੱਗਿਆ ਮੈਂ ਕਿੱਦਾਂ ਆ ਗਈ ਜਿੱਦਾਂ, ਹੈ ਨਾ। ਅਤੇ ਲੰਡਨ ਵੀ ਬਹੁਤ ਕੁਛ ਦੇਖਿਆ। ਗੋਰੀਆਂ ਲੇਡੀਆਂ, ਕੱਪੜੇ ਡਿਫਰੈਂਟ ਉਹਨਾਂ ਦੇ, ਕਿਸੇ ਦੇ ਚੁੰਨੀ ਨਹੀਂ ਲਈ, ਅਤੇ ਮੈਂ ਆਪਣੀ ਚੁੰਨੀ ਫੋਲਡ ਕਰਕੇ ਮੈਂ ਵੀ ਆਪਣੇ ਬੈਗ ਦੇ ਵਿੱਚ ਪਾ ਲਈ। ਅਤੇ ਉੱਦਾਂ ਮੈਂ ਆਈ ਤਾਂ ਸੀ ਵਿਆਹ ਕਰਨੇ ਨੂੰ, ਪਰ ਜਦੋਂ ਏਅਰਪੋਰਟ 'ਤੇ ਆ ਕੇ ਉਤਰੀ ਤਾਂ ਮੇਰੇ ਸਹੁਰਾ ਸਾਹਿਬ ਮੈਨੂੰ ਲੈਣ ਗਏ, ਅਤੇ ਉਹਨਾਂ ਨੇ ਮੈਨੂੰ ਸਤਿ ਸ਼੍ਰੀ ਅਕਾਲ ਬੁਲਾਈ। ਬੀਬੀ ਜੀ ਸਤਿ ਸ਼੍ਰੀ ਅਕਾਲ, ਮੈਂ ਗੁਰਦੇਵ ਸਿੰਘ ਹਾਂ, ਤੁਸੀਂ ਮੈਨੂੰ ਭਾਈਆ ਜੀ ਕਿਹਾ ਕਰੋ। ਅਤੇ ਮੈਂ ਭਾਈਆ ਜੀ ਸਤਿ ਸ਼੍ਰੀ ਅਕਾਲ ਕਹਿ ਕੇ, ਅਤੇ ਫਿਰ ਮੈਨੂੰ ਡਰ ਲੱਗਿਆ। ਮੈਂ ਕਿਹਾ ਮੇਰੀ ਚੁੰਨੀ ਹੈ ਨਹੀਂ, ਮੈਂ ਸਹੁਰਿਆਂ ਦੇ ਆਈ ਹਾਂ। ਅਤੇ ਮੈਂ ਉਹਨਾਂ ਨੂੰ ਕਿਹਾ ਭਾਈਆ ਜੀ ਚੁੰਨੀ ਮੇਰੇ ਬੈਗ 'ਚ ਆ, ਅਤੇ ਕਹਿੰਦੇ ਕੋਈ ਲੋੜ ਨਹੀਂ। ਅਤੇ ਫਿਰ ਮੈਂ ਕਿਹਾ ਬੇਬੇ ਜੀ ਗੁੱਸੇ ਹੋਊਗੇ, ਅਤੇ ਕਹਿੰਦੇ ਨਹੀਂ ਉਹਨਾਂ ਨੇ ਵੀ ਕੁਛ ਨਹੀਂ ਕਹਿਣਾ ਤੁਹਾਨੂੰ। ਸੋ ਮੈਂ ਇੱਦਾਂ ਹੀ ਘਰ ਆਈ, ਉੱਥੇ ਰਹੀ ਹਾਂ। ਅਤੇ ਉਦੋਂ ਗੁਰਦੁਆਰੇ ਜਦੋਂ ਸ਼ਾਦੀ ਹੁੰਦੀ ਸੀਗੀ, ਗੁਰਦੁਆਰਾ ਹੀ ਇਨਵੀਟੇਸ਼ਨ ਭੇਜਦਾ ਹੁੰਦਾ ਸੀ ਲੋਕਾਂ ਨੂੰ, ਕਿਉਂਕਿ ਥੋੜ੍ਹੇ ਲੋਕ ਹੁੰਦੇ ਸੀਗੇ, ਅਤੇ ਸਾਰਿਆਂ ਨੇ ਉਸ ਇਨਵੀਟੇਸ਼ਨ 'ਤੇ ਚਲੇ ਜਾਣਾ। ਅਤੇ ਸਾਨੂੰ ਕਿਸੇ ਨੇ $2, ਕਿਸੇ ਨੇ $5, ਇੱਦਾਂ ਗਿਫਟ ਹੁੰਦੇ ਸੀਗੇ। ਇੱਦਾਂ ਨਹੀਂ ਹੁੰਦਾ ਸੀ ਬਈ ਬਹੁਤ ਵੱਡੇ ਵੱਡੇ ਗਿਫਟ ਦਿਓ। ਬਹੁਤ ਸਾਦੀਆਂ ਰਸਮਾਂ ਹੁੰਦੀਆਂ ਸੀ, ਸਾਦਾ ਖਾਣਾ, ਮਿੱਠੇ ਚੌਲ ਹੋਣੇ, ਇੱਕ ਦਾਲ ਹੋਣੀ, ਦਹੀਂ ਹੋਣਾ, ਅਤੇ ਇੰਨਾ ਇੱਕ ਖਾਣਾ ਜਿੱਦਾਂ ਗੁਰਦੁਆਰਿਆਂ 'ਚ ਇੰਡੀਆ ਹੁੰਦਾ ਸੀ ਫੁਲਕੇ, ਇੱਦਾਂ ਦਾ ਖਾਣਾ ਹੁੰਦਾ ਸੀ। ਔਰ ਬੜੇ ਪਿਆਰ ਨਾਲ ਆਪੇ ਹੀ ਔਰਤਾਂ ਬਣਾਉਂਦੀਆਂ ਹੁੰਦੀਆਂ ਸੀ। ਈਵਨ ਜਦੋਂ ਬਾਹਰਲੇ ਸ਼ਹਿਰਾਂ ਤੋਂ ਵੀ ਬਰਾਤ ਆਉਂਦੀ ਸੀ, ਗੁਰਦੁਆਰੇ ਅਰੇਂਜਮੈਂਟ ਹੁੰਦਾ ਸੀ ਗੁਰਦੁਆਰੇ ਰਾਤ ਰਹਿਣੇ ਨੂੰ। ਉੱਥੇ 5-7 ਬੈੱਡਰੂਮ ਹੁੰਦੇ ਸੀਗੇ, ਅਤੇ ਜਿਨ੍ਹਾਂ ਦੇ ਵਿੱਚ ਬਰਾਤ ਸੌਂ ਜਾਂਦੀ ਸੀ, ਅਤੇ ਸਵੇਰ ਨੂੰ ਉਹਨਾਂ ਨੂੰ ਮਿੱਠੇ ਚੌਲ ਅਤੇ ਖੱਟਾ ਦਹੀਂ ਬੂੰਦੀ ਵਾਲਾ ਉਹ ਬ੍ਰੈਕਫਾਸਟ ਹੁੰਦਾ ਸੀ, ਅਤੇ ਜਿਹੜੀ ਲੰਗਰ ਦੀ ਰੋਟੀ ਹੋਣੀ ਉਹ ਲੰਗਰ ਦੀ ਰੋਟੀ। ਉੱਥੋਂ ਹੀ ਬਰਾਈਡਾਂ ਨੂੰ ਤਕਰੀਬਨ ਉਹ ਭੇਜ ਦਿੰਦੇ ਹੁੰਦੇ ਸੀ। ਇੱਦਾਂ ਨਹੀਂ ਸੀ ਘਰ ਨੂੰ ਲਿਆਓ, ਤੇਲ ਚੋਵੋ, ਅਤੇ ਕੱਚੀ ਲੱਸੀ ਬਣਾਓ, ਜੇ ਕਰੋ ਵੋ ਕਰੋ। ਬਹੁਤ ਸਿੰਪਲ ਲੋਕ ਰਹਿੰਦੇ ਸੀਗੇ। ਪਰ ਹੁਣ ਤਾਂ ਵਿਆਹ 7-7 ਦਿਨ ਨਹੀਂ ਮੁੱਕਦੇ, ਨਾਲੇ ਖਰਚਾ ਇੰਨਾ ਲੋਕਾਂ ਦਾ ਵਧਿਆ ਆ। ਅਤੇ ਵਿਆਹ ਤੋਂ ਬਾਅਦ ਫਿਰ ਅਸੀਂ ਘਰ ਆ ਗਏ, ਅਤੇ ਜਿਹੜੇ ਆਈਲੈਂਡ ਤੋਂ ਗੈਸਟ ਆਏ ਹੋ ਸੀਗੇ ਉਹਨਾਂ ਨੂੰ ਘਰ ਆ ਕੇ ਖਾਣਾ ਬਣਾ ਕੇ, ਅਤੇ ਮੈਂ ਵੀ ਦਵਾ ਦਵ, ਸਾਰੇ ਹੈਰਾਨ ਹੁੰਦੇ ਸੀ ਵੀ ਨਵੀਂ ਆਈ ਉਹ ਕੁੜੀ ਵੀ ਕੰਮ ਕਰੀ ਜਾਂਦੀ ਆ। ਸਾਨੂੰ ਫਰਕ ਹੀ ਨਹੀਂ ਲੱਗਿਆ ਘਰ 'ਚ ਹੀ। ਔਰ ਫੈਮਿਲੀ ਬਹੁਤ ਵਧੀਆ, ਮੇਰਾ ਖਿਆਲ ਮੈਂ ਬਹੁਤ ਲੱਕੀ ਨਿਕਲੀ ਜਿਹਦਾ ਐਡੀ ਦੂਰੋਂ ਆ ਕੇ ਵੀ ਸਾਡਾ ਵਧੀਆ ਮੈਚ। ਮੈਂ ਸਮਝਦੀ ਹਾਂ ਬਈ ਸਾਡੇ ਕਾਫੀ ਖਿਆਲ ਰਲਦੇ ਸੀਗੇ। ਬਾਬਾ ਜੀ ਦੇ ਕੋਲ ਇਹਨਾਂ ਨੇ ਰਹਿਣਾ ਕਰਕੇ
ਭਾਈਆ ਜੀ ਵੀ ਬੜੇ ਪ੍ਰੋਗਰੈਸਿਵ ਖਿਆਲਾਂ ਦੇ ਸੀਗੇ ਅਤੇ ਬਹੁਤ ਵਧੀਆ ਸਾਡਾ ਕੰਮ ਚੱਲੀ ਗਿਆ। Do you still have the wedding invitation that the Gurdwara sent out, Auntie ji? ਕਿਤੇ ਨਾ ਕਿਤੇ ਚਿੱਠੀ ਹਾਂਜੀ ਹੈਗੀ ਆ ਅਤੇ ਬਾਕੀ And did you wear a Angrezi suit or did you wear ਨਹੀਂ a ਜੀ Punjabi suit? ਮੈਂ ਬਾਬਾ ਜੀ ਨੇ ਸਾਰੇ 3 ਸੂਟ ਮੇਰੇ ਬਣਾਏ ਸੀਗੇ ਬਾਬਾ ਜੀ ਨੇ। ਮੈਂ ਪਿੰਡ ਤੋਂ ਆਪਣੇ ਘਰੋਂ ਮੇਰੇ ਡੈਡੀ ਦੇ ਘਰੋਂ ਮੈਂ ਜਿਹੜਾ ਸੂਟ ਪਾ ਕੇ ਆਈ ਸੀ ਦਿੱਲੀ ਤੋਂ ਉਹ ਵੀ ਸੂਟ ਵਾਪਸ ਕਰ ਦਿੱਤਾ ਅਤੇ ਮੈਂ ਉਹਨਾਂ ਤਿੰਨਾਂ 'ਚੋਂ ਇੱਕ ਸੂਟ ਪਾਇਆ ਅਤੇ ਫਿਰ ਇੱਕ ਜਿਹੜਾ ਬਹੁਤ ਜ਼ਿਆਦਾ ਸੋਹਣਾ ਸੀ ਉਹ ਮੈਂ ਨਿਊਯਾਰਕ ਪਾ ਲਿਆ ਨਹਾ ਕੇ ਅਤੇ ਇੱਕ ਬਿਲਕੁਲ ਗ੍ਰੇ ਗਰਮ ਸੂਟ ਸੀਗਾ ਪਲੇਨ ਗ੍ਰੇ ਅਤੇ ਉਹ ਮੈਂ ਵਿਆਹ ਨੂੰ ਪਾ ਕੇ ਗੁਰਦੁਆਰੇ ਗਈ ਅਤੇ ਉਹਦੇ ਨਾਲ ਚੁੰਨੀ ਨਾ ਲੱਭੇ ਅਤੇ ਸਾਡੀ ਇੱਕ ਫਰੈਂਡ ਸੀਗੀ ਰਾਤ ਨੂੰ ਉਹ ਕਿਸੇ ਚਾਈਨੀਜ਼ ਸਟੋਰ ਜਾਣਦੀ ਸੀ ਕੱਪੜਿਆਂ ਵਾਲਿਆਂ ਦੇ ਅਤੇ ਉਹ ਮੇਰੇ ਲਈ ਚੁੰਨੀ ਲੈ ਕੇ ਆਈ। ਮੈਂ ਨਾ ਇਹਨਾਂ ਲਈ ਪਗੜੀ ਲੈ ਕੇ ਆਈ ਅਤੇ ਪਗੜੀ ਵੀ ਇੱਕ ਪ੍ਰਿੰਟਡ ਜਿਹਾ ਕੱਪੜਾ 4 ਗਜ ਦਾ ਲਿਆ ਕੇ ਇਹਨਾਂ ਦੇ ਪਗੜੀ ਬੰਨ੍ਹੀ ਅਤੇ ਬਾਅਦ ਦੇ ਵਿੱਚ ਮੈਂ ਇਹਨਾਂ ਲਈ ਇੱਕ ਕਮੀਜ਼ ਬਣਾਈ ਉਹਦੀ ਅਤੇ ਇੱਕ ਆਪਣੇ ਲਈ ਏਪਰਨ ਸੀਨ ਲਿਆ ਅਤੇ ਬਹੁਤ ਸਿੰਪਲ ਸਾਡੀਆਂ ਜਿਹੜੀਆਂ ਲੋੜਾਂ ਆ ਨਾ ਸਾਡੇ ਘਰ ਦੇ ਕਹਿੰਦੇ ਹੁੰਦੇ ਸੀ ਜਿੰਨੀਆਂ ਤੁਸੀਂ ਆਪਣੀਆਂ ਲੋੜਾਂ ਘਟਾਓਗੇ ਉਨਾ ਤੁਸੀਂ ਦੂਜਿਆਂ ਲਈ ਕੰਮ ਕਰ ਸਕਦੇ। So after the wedding, Auntie ji, ਤੁਸੀਂ ਬਾਹਰ ਕੰਮ ਕਰਦੇ ਸੀਗੇ ਕਿ ਕਰਦੇ ਕੁਛ? ਆਫਟਰ ਦਾ ਵਿਆਹ ਮੈਂ ਬਹੁਤ ਹੋਮਸਿਕ ਸੀ ਬਹੁਤ ਜ਼ਿਆਦਾ। ਮੈਂ ਇੰਗਲਿਸ਼ ਪੜ੍ਹ ਸਕਦੀ ਸੀ ਲਿਖ ਸਕਦੀ ਸੀ ਅਤੇ ਬੋਲ ਨਹੀਂ ਸਕਦੀ ਸੀ। ਮੇਰੇ ਕੋਲ ਬਾਹਰ ਕੋਈ ਫਰੈਂਡ ਨਹੀਂ ਸੀ ਇਹ ਸਾਰੇ ਕੰਮਾਂ ਨੂੰ ਚਲੇ ਜਾਂਦੇ ਸੀਗੇ ਅਤੇ ਵੈਸੇ ਮੇਰੇ ਫਾਦਰ ਇਨ ਲਾ ਵੀ ਚਾਹੁੰਦੇ ਸੀ ਵੀ ਮੈਂ ਆਪਣਾ ਸਕੂਲ ਫਿਨਿਸ਼ ਕਰਾਂ ਇੱਥੇ ਅਤੇ ਬਾਬਾ ਜੀ ਅਤੇ ਮੇਰੇ ਡੈਡੀ ਵੀ ਚਾਹੁੰਦੇ ਸੀ ਵੀ ਮੈਂ ਫਰਦਰ ਐਜੂਕੇਸ਼ਨ ਆਪਣੀ ਲਵਾਂ। ਮੈਂ ਇੰਡੀਆ 'ਚ ਮੈਂ ਕਾਲਜ ਤੋਂ ਗ੍ਰੇਡ 12 ਦੇ ਨੇੜੇ ਤੇੜੇ ਕਰਕੇ ਆਈ ਸੀਗੀ ਅਤੇ ਪਰ ਮੈਨੂੰ ਇੱਦਾਂ ਲੱਗਦਾ ਸੀ ਮੇਰੀਆਂ ਸਹੇਲੀਆਂ ਹੋਊਗੀਆਂ ਫਿਰ ਅਸੀਂ ਇਕੱਠੀਆਂ ਸਕੂਲ ਜਾਵਾਂਗੇ। ਨਾ ਕੋਈ ਸਹੇਲੀ ਆਈ ਨਾ ਅਸੀਂ ਇਕੱਠੀਆਂ ਗਈਆਂ ਪਰ ਮੈਂ ਵੀ ਨਾਈਟ ਸਕੂਲ ਫਿਰ ਜਾਣਾ ਸ਼ੁਰੂ ਕਰ ਦਿੱਤਾ ਇੰਗਲਿਸ਼ ਕਲਾਸਾਂ ਲਈ ਅਤੇ ਮੇਰਾ ਖਿਆਲ 2 ਸਾਲ ਮੈਂ ਗਈ ਹਾਂ ਅਤੇ ਉੱਥੇ ਬਹੁਤ ਸਾਰੇ ਬਾਕੀ ਕੰਟਰੀਆਂ ਦੇ ਲੋਕ ਹੁੰਦੇ ਸੀਗੇ ਵੱਡੀ ਉਮਰ ਦੇ ਵੀ ਸੀਨੀਅਰ ਹੁੰਦੇ ਸੀਗੇ ਅਤੇ ਫਿਰ ਮੈਂ ਆਪਣੇ ਡੈਡੀ ਨੂੰ ਚਿੱਠੀ ਲਿਖੀ। ਮੈਂ ਕਿਹਾ ਪਿਤਾ ਜੀ ਵੀ ਜੇ ਕਿਸੇ ਨੇ ਦੁਨੀਆ ਦੇਖਣੀ ਹੋਵੇ ਤਾਂ ਇੱਥੇ ਨਾਈਟ ਸਕੂਲ 'ਚ ਇਹ ਦੇਸ ਪੈਂਦੀ ਆ ਵੀ ਮੇਰੇ ਨਾਲ ਸਾਰੇ ਦੇਸ਼ਾਂ ਦੇ ਲੋਕ ਜਿਹੜੇ ਆ ਉਹ ਕਲਾਸ ਦੇ ਵਿੱਚ ਹੈਗੇ ਆ। ਸੋ ਉਹ ਤੋਂ ਬਾਅਦ ਫਿਰ ਮੈਂ ਸੋਇੰਗ ਲੈ ਲਈ ਉੱਦਾਂ ਟਾਈਪਿੰਗ ਵੀ ਮੈਂ ਸ਼ੁਰੂ ਕੀਤੀ ਪਰ ਸਪੈਲਿੰਗ ਨਹੀਂ ਆਉਂਦੇ ਸੀ ਟਾਈਪਿੰਗ ਦੀ ਸਪੀਡ ਕੀ ਬਣਨੀ ਸੀਗੀ ਅਤੇ ਇੱਦਾਂ ਦੇ ਛੋਟੇ ਛੋਟੇ ਕੋਰਸ ਕੀਤੇ ਪਰ ਉਨੀ ਦਿਨੀ ਮੈਨੂਅਲ ਕੰਮ ਘਰਾਂ ਦੇ ਵਿੱਚ ਸਾਰਾ ਹੀ ਮੈਨੂਅਲ ਹੁੰਦਾ ਸੀ। ਮੇਰੇ ਹਸਬੈਂਡ ਦੇ 2 ਵੱਡੇ ਭਰਾ ਅਤੇ ਉਹਨਾਂ ਦੇ ਦੋਹਾਂ ਦਾ ਇੱਕ ਬੱਚਾ ਅਤੇ ਮੰਮੀ ਡੈਡੀ ਸਾਰੇ ਅਸੀਂ ਇੱਕੋ ਘਰ ਦੇ ਵਿੱਚ ਰਹਿੰਦੇ ਸੀਗੇ। ਸੋ 4 ਜੈਂਟਲਮੈਨ ਕੰਮਾਂ 'ਤੇ ਜਾਂਦੇ ਸੀ ਮਿੱਲਾਂ ਦੇ ਵਿੱਚ ਅਤੇ 2 ਬੱਚੇ ਸਕੂਲ ਜਾਂਦੇ ਸੀਗੇ ਅਤੇ ਫਿਰ ਘਰ ਦਾ ਕੰਮ ਵੱਡਾ ਘਰ ਸਫਾਈ ਕੱਪੜੇ ਸਾਰੇ ਰਿੰਗਰ ਵਾਸ਼ਰ ਮਸ਼ੀਨਾਂ ਹੁੰਦੀਆਂ ਸੀਗੀਆਂ ਅਤੇ ਉਹਨਾਂ ਦੇ ਵਿੱਚ ਕਿੰਨਾ ਟਾਈਮ ਲੱਗਦਾ ਨਿਚੋੜਨੇ ਫਿਰ ਡਰਾਇਰ ਵੀ ਨਹੀਂ ਹੁੰਦੇ ਸੀ ਉਹ ਬਾਹਰ ਤਾਰ 'ਤੇ ਸੁੱਕਣੇ ਪਾਉਣੇ ਸਾਰੀ ਲਾਂਡਰੀ। ਉਹਨਾਂ ਦਿਨਾਂ ਦੇ ਵਿੱਚ ਇੰਟਰਵਿਊ ਫਿਰ ਉਹਦੇ ਵਿੱਚ ਉਨੀ ਦਿਨੀ ਕੋਈ ਪਰਮਾਨੈਂਟ ਪ੍ਰੈਸ ਕੱਪੜੇ ਵੀ ਨਹੀਂ ਹੁੰਦੇ ਸੀਗੇ ਸਾਰੇ ਆਰਨਿੰਗ ਕਰਨੇ ਉਹਨਾਂ ਦੀਆਂ ਜੀਨਾਂ ਵਗੈਰਾ ਸਾਰੇ ਅਤੇ ਜਿਹੜੇ ਸਾਡੇ ਫਰਨਸ ਜਾਂ ਕੁਕਿੰਗ ਸਟੋਵ ਸਾਰੇ ਸਾਡਸ ਦੇ ਨਾਲ ਚੱਲਦੇ ਸੀਗੇ। ਸੋ ਉਹ ਅਸੀਂ ਥੱਲਿਓਂ ਭਰ ਕੇ ਲਿਆਉਣੇ ਟੀਨੇ ਅਤੇ ਉਹ ਅੱਗ ਬਾਲਣੀ ਅਤੇ ਫਿਰ ਸ਼ਾਮ ਨੂੰ ਸਾਰੇ 6-8 ਬੰਦਿਆਂ ਦਾ ਲੰਗਰ ਬਣਨਾ ਅਤੇ ਸਾਰੇ ਫਲੋਰ ਜਿਹੜੇ ਹੁੰਦੇ ਸੀ ਲਿਨੋਲੀਅਮ ਪੇਪਰ ਵਿਛਾਇਆ ਹੁੰਦਾ ਸੀ ਅਤੇ ਐਵਰੀ ਵੀਕ ਉਹਨਾਂ ਨੂੰ ਧੋਣਾ ਫਿਰ ਪੋਲਿਸ਼ ਲਾਉਣਾ ਅਤੇ ਸ਼ਾਈਨ ਕਰਨੇ ਰੰਗ ਨਹੀਂ ਹੁੰਦੇ ਸੀਗੇ ਉਦੋਂ ਅਤੇ ਸਾਰਾ ਹੀ ਕੰਮ ਮੈਨੂਅਲ ਹੁੰਦਾ ਸੀਗਾ ਅਤੇ ਉਹ ਤੋਂ ਬਾਅਦ ਫਿਰ ਬੱਚੇ ਹੋ ਗਏ ਫਿਰ ਨਹੀਂ ਗਏ ਜਿੱਦਾਂ ਇੱਦਾਂ ਦਾ ਹੀ ਰਿਹਾ। Now,
The English night school you went to, was that near Pigeon Park as well, or someplace else? ਉਹ ਸਾਡਾ ਸਕੂਲ ਸੀਗਾ ਜਿਹੜਾ ਬਰੋਡਵੇ ਤੇ ਆ ਟੈਕਨੀਕਲ ਹਾਈ ਸਕੂਲ, ਉੱਥੇ ਹੁੰਦਾ ਸੀ। ਅੱਛਾ। ਤੇ ਉਹ ਇੱਕ ਦਿਨ ਕੀ ਹੋਇਆ, ਇਹ ਉਦੋਂ ਵੈਲਡਿੰਗ ਕਰਦੇ, ਆਟੋ ਮਕੈਨਿਕ ਦਾ ਇਹਨਾਂ ਨੇ ਕੋਰਸ ਲਿਆਇਆ ਸੀ ਤੇ ਮੈਂ ਇੰਗਲਿਸ਼ ਕਲਾਸ 'ਚ। ਪਤਾ ਨਹੀਂ ਇਹਨਾਂ ਨੂੰ ਕਿੱਦਾਂ ਭੁਲੇਖਾ ਲੱਗ ਗਿਆ ਵੀ ਮੈਂ ਪਹਿਲਾਂ ਚਲੀ ਗਈ ਜਾਂ ਇਹਨਾਂ ਨੇ ਮੈਨੂੰ ਟੋਲਿਆ, ਤੇ ਮੈਂ ਇਕੱਲੀ ਬੱਸ ਸਟਾਪ 'ਤੇ ਕਿੰਨੀਆਂ ਹੀ ਬੱਸਾਂ ਲੰਘਾਈਆਂ, ਮੈਨੂੰ ਇਹ ਮਿਲੇ ਹੀ ਨਹੀਂ ਘਰ, ਉੱਥੇ ਮਿਲੇ ਹੀ ਨਹੀਂ। ਤੇ ਮੈਂ ਬਹੁਤ ਉਦਾਸ ਹੋਈ ਵੀ ਮੈਨੂੰ ਖਬਰ ਨਗਲੈਕਟ ਹੀ ਕਰ ਦਿੱਤਾ ਇਹਨਾਂ ਨੇ। ਤੇ ਮੈਂ ਇੰਨਾ ਸੀ ਮੇਰੇ ਕੋਲ ਕਿਰਾਇਆ ਸੀਗਾ, ਮੈਂ ਬੱਸ ਚੜ੍ਹ ਕੇ ਬਰੋਡਵੇ ਦੀ ਫਰੇਜ਼ਰ ਦੀ ਬੱਸ ਆ ਕੇ ਫਿਰ ਮੈਂ ਘਰ ਨੂੰ ਆ ਗਈ। ਆ ਕੇ ਮੈਂ ਬਹੁਤ ਹੀ ਰੋਈ ਵੀ ਮੇਰੀ ਕੇਅਰ ਨਹੀਂ ਕੀਤੀ ਇਹਨਾਂ ਨੇ। ਪਰ ਐਨੀਵੇ ਸਰ ਗਿਆ ਬਹੁਤ ਵਧੀਆ। Yeah. ਹਾਂਜੀ। Wow. And the people you met in the night school, they're from all different parts of the world. Did you stay friends with them afterwards as well? ਉਹਨਾਂ 'ਚੋਂ ਤਾਂ ਨਹੀਂ ਮਿਲ ਹੋਇਆ, Yeah. ਪਰ ਬਾਅਦ ਦੇ ਵਿੱਚ ਸੋਇੰਗ ਟੀਚਰ ਜਿਹੜੀ ਸੀਗੀ ਉਹਨੇ ਵੀ ਮੈਨੂੰ ਬਹੁਤ ਵਧੀਆ ਸਿਖਾ ਲਿਆ ਤੇ ਉਹ ਮਿਲਦੀ ਰਹੀ ਬਾਅਦ ਦੇ ਵਿੱਚ। ਪਰ ਮੇਰੇ ਜਦੋਂ ਸਾਡਾ ਵਿਆਹ ਹੋਇਆ ਨਾ, ਤੇ ਸਾਡੇ ਸਾਰੇ ਨੇਬਰ ਜਿਹੜੇ ਸੀਗੇ ਉਹ ਸਾਰੇ ਯੂਰਪੀਅਨ ਜਾਂ ਇੱਥੇ ਦੇ ਵਾਈਟ ਪੀਪਲ ਹੀ ਸੀਗੇ। ਤੇ ਮੇਰੇ ਫਾਦਰ ਇਨ ਲਾ ਨੇ ਸਾਰਿਆਂ ਨੂੰ ਘਰ ਇਨਵਾਈਟ ਕੀਤਾ ਤੇ ਉਹਨਾਂ ਨੇ ਪਕੌੜੇ ਤਾਂ ਗਜਰੇਲਾ ਤੇ ਇੱਦਾਂ ਦੀਆਂ ਚੀਜ਼ਾਂ ਅਸੀਂ ਬਣਾ ਕੇ ਸਾਰਿਆਂ ਨੇ, ਉਹ ਸਾਡੇ ਲਈ ਮੇਰੇ ਲਈ ਗਿਫਟ ਲਿਆਏ। ਲੈਂਪ ਬਹੁਤ ਵਧੀਆ ਸਾਰੇ, ਉਹ ਹਾਲੇ ਵੀ ਮੇਰੇ ਕੋਲ ਹੈਗਾ ਆ, ਤੇ ਟੇਬਲ ਕਲੋਥ ਇੱਕ ਕੱਢਿਆ ਆ। ਸੋ ਉਹਨਾਂ ਦੇ ਨਾਲ ਸਾਡਾ ਮਿਲ ਵਰਤਨ ਜਿਹੜਾ ਸੀ ਉਹ ਬਹੁਤ ਰਿਹਾ। ਤੇ ਉਹਨਾਂ ਦੇ ਲਾਸਟ ਨੇਮ ਹਾਲੇ ਵੀ ਮੈਨੂੰ ਚੇਤੇ ਆ, ਬਰਨਾਰਡ ਤੇ ਵਰਸਲੇ ਤੇ ਦੂਜੇ ਰੈਂਪਲ, ਸਾਰੇ ਸਮਿਥ, ਸਾਰਿਆਂ ਦੇ ਹਾਲੇ ਚੇਤੇ। ਤਾਂ ਰੈਂਪਲ ਸਾਡੇ ਨਾਲ ਬਹੁਤ ਜ਼ਿਆਦਾ ਨੇਬਰਹੁੱਡ 'ਚ ਰਹੀ ਆ, ਤੇ ਬਰਨਾਰਡ ਜਿਹੜਾ ਉਹਨਾਂ ਦਾ ਮੁੰਡਾ ਸਾਡੇ ਮੁੰਡੇ ਦੇ ਨਾਲ ਕਲਾਸ ਫੈਲੋ, ਹਾਲੇ ਵੀ ਉਹ ਮਿਲਦੇ ਗਿਲਦੇ ਰਹਿੰਦੇ ਆ। ਤੇ ਮਿਸਿਸ ਰੈਂਪਲ ਦੇ ਨਾਲ ਬਹੁਤ ਜ਼ਿਆਦਾ ਸਾਡਾ ਰਿਹਾ। ਉਹਨੇ ਮੈਨੂੰ ਸੋਇੰਗ 'ਚ ਵੀ ਹੋਰ ਸੋਇੰਗ ਸਿਖਾ ਲਈ, ਤੇ ਨਾਲੇ ਮੈਨੂੰ ਕੈਨਿੰਗ ਕਰਨਾ, ਇੱਧਰਲਾ ਖਾਣਾ ਜਿਹੜਾ ਸੀ ਕਿੱਦਾਂ ਰੈਲਿਸ਼ ਬਣਾਉਣਾ, ਤੇ ਬਾਕੀ ਸਬਜ਼ੀਆਂ ਜਿਹੜੇ ਹੈਗੇ ਆ ਕਿਊਕੰਬਰ ਵਗੈਰਾ ਕਿੱਦਾਂ ਤੁਸੀਂ ਬਣਾਉਣੇ ਆ। What's your favorite English dish to make? Pasta? Yeah. What's your, ਤੁਸੀਂ relish ਬਣਾਉਂਦੇ ਸੀਗੇ? What's your favorite Canadian dish? What's your favorite Indian dish English dish to make? ਕੈਨੇਡੀਅਨ ਫੂਡ ਹਾਂਜੀ। ਉਦੋਂ ਤਾਂ ਮੈਨੂੰ ਬਹੁਤਾ ਕੁਛ ਸਵਾਦ ਨਹੀਂ ਲੱਗਦਾ ਹੁੰਦਾ ਸੀ। ਹਾਂਜੀ। ਤੇ ਪਰ ਬਾਅਦ ਦੇ ਵਿੱਚ ਫਿਰ ਜਦੋਂ ਬੱਚੇ ਹਾਈ ਸਕੂਲ ਚਲੇ ਗਏ, ਸਾਡੀ ਵੱਡੀ ਬੇਟੀ ਨੂੰ ਬਹੁਤ ਸ਼ੌਕ ਸੀ ਖਾਣੇ ਬਣਾਉਣੇ ਦਾ, ਤੇ ਉਹਨੂੰ ਇੰਟਰਨੈਸ਼ਨਲ ਕੁਕਿੰਗ ਦੇ ਵਿੱਚ ਅਵਾਰਡ ਮਿਲਿਆ ਗ੍ਰੇਡ 12 'ਚ। ਸੋ ਜੋ ਕੁਛ ਉਹਨੇ ਘਰ ਬਣਾਉਣਾ, ਫਿਰ ਮੈਨੂੰ ਉਹ ਸਭ ਕੁਛ ਹੁਣ ਆਉਂਦਾ ਆ। ਮੈਂ ਸਾਰੀ ਤਰ੍ਹਾਂ ਦਾ ਫੂਡ ਬਣਾ ਲੈਂਦੀ ਹਾਂ। Back when you first came to Canada, where did you find Indian food? ਸਾਰਿਆਂ ਤੋਂ ਪਹਿਲਾਂ ਤਾਂ ਹੁੰਦਾ ਸੀ ਫੇਮਸ ਫੂਡ ਤਾਂ ਮਗਰੋਂ ਹੀ ਹੋਇਆ। ਸਿੰਗਾਪੁਰ ਸਪਾਈਸ ਇੱਕ ਹੁੰਦਾ ਸੀਗਾ ਸਟੋਰ। Where was Singapore Spice? ਹਾਂਜੀ। Where was it? ਡਾਊਨਟਾਊਨ ਹੀ ਕੈਰਲ ਸਟਰੀਟ ਦੇ ਨੇੜੇ ਤੇੜੇ ਕਿਤੇ ਹੋਊਗਾ। ਹਾਂਜੀ। ਤੇ ਉੱਥੋਂ ਹੀ ਦਾਲਾਂ, ਇਕੱਲੇ ਮਾਹਾਂ ਦੀ ਦਾਲ, ਛੋਲਿਆਂ ਦੀ। ਕਈ ਵਾਰੀ ਨਾ ਜਦੋਂ ਸ਼ਿਪਮੈਂਟ ਆਉਣੀ, ਗੁਰਦੁਆਰੇ ਅਨਾਊਂਸ ਕਰਦੇ ਹੁੰਦੇ ਸੀ ਵੀ ਦਾਲਾਂ ਆ ਗਈਆਂ ਜੇ ਇਹਨੇ ਕਿਸੇ ਨੇ ਲੈਣੀਆਂ। ਸੋ ਲੋਕੀ ਸਪਲਾਈ ਲੈ ਆਉਂਦੇ ਹੁੰਦੇ ਸੀਗੇ। ਤੇ ਬਾਕੀ ਸਬਜ਼ੀਆਂ ਤਾਂ ਇੱਥੇ ਸਾਰੀਆਂ ਉੱਥੇ ਵਰਗੀਆਂ ਹੀ ਆ, ਪਰ ਬਹੁਤ ਘੱਟ ਪ੍ਰੋਡਿਊਸ ਹੁੰਦੀ ਸੀਗੀ ਇੱਥੇ। ਜਦੋਂ ਜਿਹੜੇ ਗੰਢੇ, ਲਸਣ ਜਿਹੜਾ ਹੁੰਦਾ ਉਹ ਦੋ ਜਿਹੜੀਆਂ ਹੋਣੀਆਂ ਹੈਡ, ਉਹ ਇੰਨੀਆਂ ਰੈਪ ਕੀਤੀਆਂ ਹੁੰਦੀਆਂ ਸੀ। ਤੇ ਟਮੈਟੋਜ਼ 4 ਟਮੈਟੋ ਇੱਕ ਟਿਊਬ ਦੇ ਵਿੱਚ ਪਾਏ ਹੋਏ ਹੁੰਦੇ ਸੀਗੇ, ਇੱਦਾਂ ਢੇਰ ਨਹੀਂ ਲੱਗੇ ਹੁੰਦੇ ਸੀਗੇ। ਕਾਰਨਰ ਸਟੋਰਾਂ ਹੁੰਦੀਆਂ ਸੀਗੀਆਂ, ਤੇ ਸਾਰਿਆਂ ਤੋਂ ਵੱਡਾ ਵੁੱਡਵਰਡ ਸਟੋਰ ਹੁੰਦਾ ਸੀ, ਜਿੱਥੋਂ ਅਸੀਂ ਫਰਾਈਡੇ ਨਾਈਟ ਜਾ ਕੇ ਗਰੋਸਰੀ ਆਰਡਰ ਕਰਨੀ, ਤੇ ਸੈਟਰਡੇ ਸਵੇਰੇ ਸਾਡੇ ਘਰ ਗਰੋਸਰੀ ਡਿਲੀਵਰ ਹੋਈ ਹੁੰਦੀ ਸੀ। ਤੇ ਆਟਾ ਵਗੈਰਾ ਤੇ ਇੱਥੇ ਹੁੰਦੇ ਸੀਗੇ
ਫਰੇਜ਼ਰ ਤੇ ਬਕਰਫੀਲਡ ਸਟੋਰ ਹੁੰਦਾ ਸੀ। ਆਟਾ 50 ਪਾਊਂਡ ਦਾ, ਅਸੀਂ ਉਹਨਾਂ ਤੋਂ, ਵੱਡਾ ਪਰਿਵਾਰ ਸੀਗਾ, ਐਵਰੀ ਮੰਥ ਸਾਡੇ ਆਟਾ ਇੱਦਾਂ ਆਉਣਾ। ਈਵਨ ਆਂਡੇ ਜਿਹੜੇ ਹੁੰਦੇ ਸੀ ਉਹ ਵੀ ਆਂਡਿਆਂ ਵਾਲਿਆਂ ਨੇ ਡਿਲੀਵਰ ਕਰਨੇ, ਅਤੇ ਜਿਹੜੇ ਹਨੀ ਵਗੈਰਾ ਉਹ ਵੀ ਵੱਡੇ ਡੱਬਿਆਂ ਦੇ ਵਿੱਚ ਲੈਂਦੇ ਹੁੰਦੇ ਸੀ, ਉਹ ਵੀ ਹਨੀ ਵਾਲੇ ਨੇ ਵੀ ਡਿਲੀਵਰ ਕਰਨੇ। ਅਤੇ ਦੁੱਧ ਰੋਜ਼ ਦੁੱਧ ਵਾਲਾ ਮਿਲਕਮੈਨ ਆਉਂਦਾ ਹੁੰਦਾ ਸੀ। ਸਾਡੇ ਕੋਲ ਫਰਿੱਜ ਨਹੀਂ ਹੁੰਦੇ ਸੀਗੇ, ਅਤੇ ਇੰਨੇ ਓਨੈਸਟ ਲੋਕ ਸੀਗੇ। ਅਸੀਂ $50 ਬਾਹਰ ਰੱਖ ਦੇਣੇ ਤਾਂ ਦੁੱਧ ਵਾਲੇ ਨੂੰ ਕਹਿਣਾ 50 ਟੋਕਨ ਦੇ ਦੇਂ, 5 ਪਾਊਂਡ ਘਿਓ ਦੇ ਦੇਂ, ਅਤੇ ਇੱਦਾਂ ਲਿਖ ਦੇਣਾ। ਉਹਨੇ ਸਾਰਾ ਹੀ ਸਾਡੇ ਬੈਕਯਾਰਡ 'ਚ ਰੱਖ ਜਾਣਾ ਆ ਕੇ। ਅਤੇ ਗਰਮੀਆਂ ਨੂੰ ਅਸੀਂ ਦੁੱਧ ਪਾਣੀ ਦੀ ਬਾਲਟੀ ਦੇ ਵਿੱਚ ਰੱਖਣਾ, ਠੰਡਾ ਰਹੇ, ਅਤੇ ਇੱਦਾਂ ਕਰਕੇ ਸਾਰੇ ਲੋਕ ਰਹਿੰਦੇ ਹੁੰਦੇ ਸੀਗੇ। ਅਤੇ ਬੜੀ ਸਿੰਪਲ ਲਾਈਫ ਸੀਗੀ। ਹੁਣ ਵੀ ਜਦੋਂ ਅਸੀਂ ਦੇਖੀਦਾ ਆ ਵੀ ਅਸੀਂ ਸਟਿਲ ਸਰਵਾਈਵ ਕਰ ਸਕਦੇ ਹਾਂ ਜੇ ਹਾਰਡਸ਼ਿਪ ਕਦੇ ਆਵੇ।